हाँ जी स्टूडेंट्स, वाहिगुरू जी का खालसा वाहिगुरू जी की फतेह। सो बेटा, टुडे वी विल डिस्कस द पोएम डोंट क्विट. It is a motivational poem and it was written by Edgar A. Guest. Students, in this poem, the poet tells us to face the difficulties of life with courage. ਓਕੇ ਬੇਟਾ, ਇਹ ਇੱਕ ਮੋਟੀਵੇਸ਼ਨਲ ਪੋਇਮ ਹੈਗੀ ਆ। ਮੋਟੀਵੇਸ਼ਨਲ ਮੀਨਸ ਕੀ ਹੁੰਦਾ, ਇੱਕ ਪ੍ਰੇਰਨਾਦਾਇਕ ਪੋਇਮ ਹੈਗੀ ਆ ਕਿ ਇਹ ਆਪਾਂ ਨੂੰ ਇਹਦੇ ਤੋਂ ਬੇਟਾ ਬਹੁਤ ਕੁਝ ਸਿੱਖਣ ਨੂੰ ਮਿਲਣਾ ਕਿ ਆਪਾਂ ਆਪਣੀ ਲਾਈਫ ਹੈਗੀ ਆ, ਇਹ ਮਤਲਬ ਡਿਫੀਕਲਟ ਹੈਗੀ ਆ, ਬਟ ਇਹ ਤੋਂ ਇਹ ਨਹੀਂ ਕਿ ਆਪਾਂ ਨੂੰ ਕੋਈ ਟਫ ਟਾਈਮ ਆਇਆ ਅਤੇ ਉਹਦੇ ਵਾਸਤੇ ਆਪਾਂ ਕੀ ਆ ਬੇਟਾ ਪਿੱਛੇ ਨਹੀਂ, ਆਪਾਂ ਉਹ ਮਤਲਬ ਸਕਸੈਸ ਨਹੀਂ ਮਿਲੀ ਆਪਾਂ ਨੂੰ ਉੱਥੇ, ਅਤੇ ਆਪਾਂ ਉੱਤੇ ਪਿੱਛੇ ਹਟ ਜਾਂਗੇ। ਵੀ ਹੈਵ ਟੂ ਫੇਸ ਦੈਮ ਹੈਪੀਲੀ, ਕਿਉਂਕਿ ਆਪਾਂ ਨੂੰ ਖੁਸ਼ੀ ਜਿਹੜੀ ਆਪਣੀਆਂ ਪ੍ਰੋਬਲਮਸ ਹੈਗੀਆਂ ਉਹਨਾਂ ਨੂੰ ਟੈਕਲ ਕਰਨਾ ਹੈ। ਠੀਕ ਹੈ, ਸੋ ਲੈਟ ਸਟਾਰਟ ਵਿਦ ਦ ਪੋਇਮ। ਲੈਟ ਅਸ ਰੀਡ ਦੀ ਪੋਇਮ ਡੋਂਟ ਕੁਇਟ। ਬੇਟਾ ਡੋਂਟ ਕੁਇਟ ਮਤਲਬ ਕਿ ਛੱਡਣਾ ਨਹੀਂ ਹੈ, ਮਤਲਬ ਕਿ ਆਪਾਂ ਆਪਣੀ ਲੜਾਈ ਦਾ ਮੈਦਾਨ ਹੈ ਉਹਨੂੰ ਛੱਡਣਾ ਨਹੀਂ ਹੈ। ਠੀਕ ਹੈ, ਹੁਣ ਦੇਖੋ ਪਿਕਚਰ ਦੇ ਵਿੱਚ ਵੀ ਬੇਟਾ ਤੁਹਾਨੂੰ ਦਿਖ ਰਿਹਾ ਹੈਗਾ ਕਿ ਇਹਦੇ ਵਿੱਚ ਵੀ ਦੇਖੋ, ਹਾਂ ਦੇਖੋ ਬੇਟਾ, ਡੋਂਟ ਕੁਇਟ, ਇਹਨੂੰ ਜਿਹੜਾ ਹੈਗਾ ਡੂ ਇਟ, ਐਂਟੀ ਅਤੇ ਕਿਊ ਨੂੰ ਕੱਟ ਕਰ ਦਿਓ, ਡੂ ਇਟ ਮੀਨਸ ਕਿ ਆਪਾਂ ਨੂੰ ਇਹ ਕਰਨਾ ਹੈ, ਇਹਨੂੰ ਕੁਇਟ ਨਹੀਂ ਕਰਨਾ ਹੈ, ਡੂ ਇਟ, ਇਹਨੂੰ ਕਰੋ। ਸੋ ਵੈਨ ਦ ਥਿੰਗਸ ਗੋ ਰੋਂਗ ਐਜ਼ ਦੇ ਸਮਟਾਈਮ ਵਿਲ, ਵੈਨ ਦ ਰੋਡ ਯੂ ਆਰ ਟਰਜਿੰਗ ਸੀਮਸ ਆਲ ਅਪ ਹਿਲ। ਕਹਿੰਦੇ ਕਿ ਜਦੋਂ ਤੁਹਾਡੀ ਜ਼ਿੰਦਗੀ ਦੇ ਵਿੱਚ ਕੁਛ ਗਲਤ ਹੋਣ ਲੱਗ ਜੇ, ਠੀਕ ਹੈ, ਕਈ ਵਾਰ ਇੱਦਾਂ ਹੁੰਦਾ ਕਿ ਆਪਾਂ ਬਹੁਤ ਕਹਿੰਦੇ ਕਿ ਬੜਾ ਵਧੀਆ ਆਪਾਂ ਕੰਮ ਕੀਤਾ ਹੈ, ਆਪਾਂ ਨੂੰ ਹਾਂ ਇਹਦੀ ਸਕਸੈਸ, ਇਹਦਾ ਮਤਲਬ ਆਪਾਂ ਨੂੰ ਆਊਟਪੁੱਟ ਮਿਲੇਗਾ। ਮੀਨਸ ਤੁਸੀਂ ਇੱਦਾਂ ਹੀ ਕਹਿ ਲਓ ਕਿ ਤੁਸੀਂ ਬਹੁਤ ਵਧੀਆ ਵਰਕ ਕੀਤਾ ਹੈਗਾ, ਆਪਣਾ ਸਕੂਲ ਦਾ ਕੰਮ ਤੁਸੀਂ ਪੂਰਾ ਪ੍ਰੋਪਰਲੀ ਕੀਤਾ ਹੈਗਾ, ਅਤੇ ਜਾਂ ਟੀਚਰ ਨੇ ਚੈੱਕ ਨਹੀਂ ਕੀਤਾ, ਜਾਂ ਪ੍ਰੋਪਰਲੀ ਮਤਲਬ ਤੁਹਾਡਾ ਉਹਨੂੰ ਟੀਚਰ ਨੇ ਤੁਹਾਨੂੰ ਰਿਸਪੋਂਸ ਨਹੀਂ ਦਿੱਤਾ। ਮੀਨਸ ਕਈ ਸਾਰੀਆਂ ਇੱਦਾਂ ਦੀਆਂ ਪ੍ਰੋਬਲਮ ਹੁੰਦੀਆਂ ਜ਼ਿੰਦਗੀ ਦੇ ਵਿੱਚ ਕਿ ਆਪਾਂ ਨੂੰ ਉਹਦਾ ਰਿਸਪੋਂਸ ਨਹੀਂ ਮਿਲਦਾ, ਜਾਂ ਆਪਾਂ ਨੂੰ ਇਹ ਕਹਿ ਲਈਏ ਕਿ ਆਪਾਂ ਨੂੰ ਜਿਹੜਾ ਉਹਦਾ ਰਿਸਪੋਂਸ ਹੈਗਾ ਉਹਦਾ ਨੈਗੇਟਿਵ ਮਿਲਦਾ। ਠੀਕ ਹੈ, ਜਾਂ ਫਿਰ ਆਪਾਂ ਕੋਲ ਕਈ ਗਲਤੀਆਂ ਹੋਣ ਲੱਗ ਪੈਂਦੀਆਂ ਜ਼ਿੰਦਗੀ ਦੇ ਵਿੱਚ। ਅਤੇ ਜਦੋਂ ਤੁਸੀਂ ਮਤਲਬ ਆਪਣੇ ਰਾਹ 'ਤੇ ਆਪਾਂ ਤੁਰਦੇ ਹਾਂ, ਆਪਾਂ ਕੋਲ ਕਈ ਮਤਲਬ ਜਦੋਂ ਵੀ ਆਪਾਂ ਕਿਸੇ ਜ਼ਿੰਦਗੀ ਦੇ ਰਾਹ 'ਤੇ ਤੁਰਦੇ ਹਾਂ, ਆਪਾਂ ਕੋਲ ਬਹੁਤ ਸਾਰੀਆਂ ਜਿਹੜੀਆਂ ਪ੍ਰੋਬਲਮਸ ਆਪਣੀ ਜ਼ਿੰਦਗੀ ਦੇ ਵਿੱਚ ਆਉਂਦੀਆਂ। ਅਤੇ ਇੱਥੇ ਰੋਡ ਕਹਿ ਲਓ, ਇੱਕ ਰਾਹ, ਜਦੋਂ ਤੁਹਾਡਾ ਜਿਹੜੇ ਤੁਸੀਂ ਰਾਹ 'ਤੇ ਤੁਰ ਰਹੇ ਜੇ, ਠੀਕ ਹੈ, ਟਰਜਿੰਗ ਬੇਟਾ ਹੁੰਦਾ ਹੌਲੀ ਹੌਲੀ ਅੱਗੇ ਵਧਣਾ, ਕਿ ਤੁਸੀਂ ਹੌਲੀ ਹੌਲੀ ਅੱਗੇ ਵੱਧ ਰਹੇ ਜੇ, ਅਤੇ ਅਚਾਨਕ ਤੋਂ ਤੁਸੀਂ ਦੇਖਦੇ ਕਿ ਸੀਮਸ ਅਪ ਹਿਲ, ਕਿ ਜਿਹੜਾ ਰਸਤਾ ਹੈਗਾ ਤੁਸੀਂ ਤੁਰ ਰਹੇ ਜੇ ਆਪਣੀ ਰਸਤੇ ਦੇ ਉੱਪਰ ਚੱਲ ਰਹੇ ਜੇ, ਬਟ ਤੁਰਦੇ ਤੁਹਾਨੂੰ ਕੀ ਦਿਖਿਆ ਕਿ ਹੁਣ ਤੁਹਾਡੀ ਮਤਲਬ ਚੜ੍ਹਾਈ ਉੱਪਰ ਹੋ ਗਈ ਹੈ। ਮੀਨਸ ਕਿ ਉੱਪਰ ਹੋ ਗਈ ਇਨ ਦਾ ਸੈਂਸ ਕਿ ਤੁਹਾਡੀ ਤੁਰਦੇ ਤੁਹਾਡੀ ਲਾਈਫ ਦੇ ਵਿੱਚ, ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਪ੍ਰੋਬਲਮਸ ਆ ਗਈਆਂ। ਵੈਨ ਦਾ ਫੰਡਸ ਆਰ ਲੋ ਐਂਡ ਦੀ ਡੈਪਟਸ ਆਰ ਹਾਈ, ਕਿ ਹੁਣ ਤੁਹਾਡੇ ਕੋਲ ਕੀ ਹੋ ਗਿਆ, ਫੰਡਸ ਮਤਲਬ ਹੁੰਦਾ ਬੇਟਾ ਪੈਸਾ, ਕਿ ਹੁਣ ਤੁਹਾਡੇ ਕੋਲ ਜਿਹੜਾ ਪੈਸਾ ਹੈ ਉਹ ਬਹੁਤ ਘੱਟ ਆ, ਲੋ ਆ, ਅਤੇ ਜਿਹੜੇ ਤੁਹਾਡੇ ਡੈਪਟਸ ਹੈ ਮੀਨਸ ਤੁਹਾਡਾ ਜਿਹੜਾ ਕਰਜ਼ਾ ਹੈਗਾ ਉਹ ਜ਼ਿਆਦਾ। ਠੀਕ ਹੈ, ਸਮਝ ਲੱਗੀ ਕਿ ਪ੍ਰੋਬਲਮਸ ਵੀ ਹੈਗੀਆਂ ਤੁਹਾਡੀਆਂ, ਤੁਸੀਂ ਹੌਲੀ ਹੌਲੀ ਚੱਲ ਰਹੇ ਜੇ, ਕਾਫੀ ਅੜਚਨਾਂ ਆ ਗਈਆਂ, ਹੁਣ ਬਹੁਤ ਚੜ੍ਹਾਈ ਆ ਗਈ ਅੱਗੇ, ਤੁਹਾਡੇ ਕੋਲ ਪੈਸਾ ਘੱਟ ਆ ਔਰ ਤੁਹਾਡੇ ਜਿਹੜੇ ਕਰਜ਼ੇ ਉਹ ਜ਼ਿਆਦਾ ਆ। ਐਂਡ ਯੂ ਵੋਂਟ ਟੂ ਸਮਾਈਲ ਬਟ ਯੂ ਹੈਵ ਟੂ ਸਾਈ, ਤੁਸੀਂ ਹੱਸਣਾ ਚਾਹੁੰਦੇ ਜੇ, ਸਮਾਈਲ ਕਰਨਾ ਚਾਹੁੰਦੇ ਜੇ, ਬਟ ਤੁਸੀਂ ਫਿਰ ਵੀ ਕੀ ਲੈਂਦੇ ਜੇ, ਹੌਕਾ, ਸਾਈ ਪਤਾ ਨਾ, ਕਿ ਜਦੋਂ ਇੱਕ ਹੌਕਾ, ਜਾਂ ਜਦੋਂ ਆਪਾਂ ਬਹੁਤ ਪਰੇਸ਼ਾਨ ਦੁਖੀ ਹੋਈਏ, ਠੀਕ ਹੈ, ਹੌਕਾ ਲੈਣਾ। ਵੈਨ ਕੇਅਰ ਇਜ਼ ਪ੍ਰੈਸਿੰਗ ਯੂ ਡਾਊਨ ਏ ਬਿਟ, ਕਿ ਜਿਹੜੀ ਤੁਹਾਡੀ ਕੇਅਰ ਕਹਿ ਲਓ ਕਿ ਜਿਹੜਾ ਫਿਕਰ ਹੈਗਾ ਉਹ ਮਤਲਬ ਤੁਹਾਨੂੰ ਥੱਲੇ ਦੱਬੀ ਜਾ ਰਿਹਾ ਤੁਹਾਨੂੰ। ਠੀਕ ਹੈ, ਰੈਸਟ ਇਫ ਯੂ ਮਸਟ ਬਟ ਡੋਂਟ ਯੂ ਕੁਇਟ। ਰੈਸਟ ਕਹਿੰਦੇ ਕਿ ਰੈਸਟ ਕਰੋ, ਇਫ ਯੂ, ਤੁਹਾਨੂੰ ਅਗਰ ਰੈਸਟ ਚਾਹੀਦੀ ਹੈ ਨਾ, ਕਿ ਤੁਸੀਂ ਇਹ ਪ੍ਰੋਬਲਮਸ ਤੋਂ ਥੱਕ ਗਏ ਜੇ, ਠੀਕ ਹੈ, ਇਹਨਾਂ ਨੂੰ ਟੈਕਲ ਕਰਦੇ ਥੱਕ ਗਏ ਜੇ, ਅਤੇ ਤੁਸੀਂ ਰੈਸਟ ਕਰੋ, ਬਟ ਡੋਂਟ ਯੂ ਕੁਇਟ, ਮਤਲਬ ਉਹਨੂੰ ਗਿਵ ਅਪ ਨਹੀਂ ਕਰਨਾ, ਉਹਨੂੰ ਛੱਡਣਾ ਨਹੀਂ ਹੈ। ਰੈਸਟ ਲੈ ਲਓ ਫੋਰ ਏ ਟਾਈਮ ਬੀਂਗ, ਬਟ ਡੋਂਟ ਗਿਵ ਅਪ। ਲਾਈਫ ਇਜ਼ ਸਕੁਅਰ ਵਿਥ ਇਟਸ ਟਵਿਸਟ ਐਂਡ ਟਰਨਸ ਐਜ਼ ਐਵਰੀ ਵਨ ਆਫ ਅਸ ਸਮਟਾਈਮਸ ਲਰਨਸ,
ਕਹਿੰਦੇ ਕਿ ਜਿਹੜੀ ਲਾਈਫ ਹੈ ਨਾ, ਇੱਕ ਜ਼ਿੰਦਗੀ, ਇਹ ਬਹੁਤ ਕੁਇਰ ਹੁੰਦਾ ਬੇਟਾ, ਅਜੀਬੋ ਗਰੀਬ ਹੈ ਜ਼ਿੰਦਗੀ। ਅਤੇ ਇਹਦੇ ਵਿੱਚ ਬਹੁਤ ਟਵਿਸਟ ਐਂਡ ਟਰਨਸ ਹੁੰਦੇ ਬੇਟਾ, ਉਤਾਰ ਚੜਾਵ, ਕਿ ਇਹਦੇ ਵਿੱਚ ਬਹੁਤ ਤਰ੍ਹਾਂ ਦੇ ਉਤਾਰ ਚੜਾਵ ਕਹਿ ਲਓ, ਕਿ ਬੜੇ ਕੰਪਲੀਕੇਸ਼ਨਸ, ਗੁੰਝਲਦਾਰ ਆ ਜ਼ਿੰਦਗੀ ਆਪਣੀ, ਕਿ ਜਦੋਂ ਆਪਾਂ ਕੁਛ ਸਿੱਖਦੇ ਹਾਂ ਅਤੇ ਆਪਾਂ ਨੂੰ ਇਹਨਾਂ ਚੀਜ਼ਾਂ ਦਾ ਮਤਲਬ ਜਿਹੜਾ ਹੈਗਾ ਫੇਸ ਕਰਨਾ ਪੈਂਦਾ ਹੈ, ਸਾਹਮਣਾ ਕਰਨਾ ਪੈਂਦਾ ਹੈ। And many a failure turns about when he might have won had he stuck it out। ਕਹਿੰਦੇ ਹੈ ਕਿ ਜਿਹੜਾ ਇੱਕ ਅਸਫਲ ਜਿਹੜਾ ਫੇਲੀਅਰ ਹੈਗਾ ਉਹ ਪਿੱਛੇ ਮੁੜ ਜਾਂਦਾ, ਟਰਨਸ ਅਬਾਊਟ, ਪਿੱਛੇ ਮੁੜ ਜਾਂਦਾ ਹੈ, ਜਦ ਕਿ when he might have won had he stuck it out, ਜਦ ਕਿ ਉਹਨੂੰ ਪਤਾ ਹੈ ਕਿ ਹੁਣ ਉਹ ਜਿੱਤਣ ਵਾਲਾ ਹੈ, ਮਤਲਬ ਉਹਨੂੰ ਹੁਣ ਜਿੱਤਣਾ ਚਾਹੀਦਾ ਸੀ, ਜਿੱਥੇ ਮਤਲਬ ਉਹ ਚੱਲ ਰਿਹਾ ਸੀ ਨਾ ਜਿਹੜੀ ਰਸਤੇ 'ਤੇ, ਹੁਣ ਉਹ ਜਿੱਤਣ ਵਾਲਾ ਸੀ, ਬਟ ਕੀ ਅਗਰ ਉਹ ਉੱਥੇ ਡਟਿਆ ਰਹਿੰਦਾ, ਬਟ ਕੀ ਕਰਦਾ ਹੈ ਉਹ, ਮਤਲਬ ਕਿ ਅਸਫਲ, ਮੈਨੂੰ ਥੋੜ੍ਹੀ ਵੀ ਪ੍ਰੋਬਲਮ ਆਈ ਅਤੇ ਮੈਂ ਪਿੱਛੇ ਹਟ ਗਿਆ, ਬਟ ਉਹ ਪਿੱਛੇ ਹਟ ਗਿਆ। ਡੋਂਟ ਗਿਵ ਅਪ ਦ ਪੇ ਸੀਮ ਸਲੋ, ਇਹ ਕਹਿੰਦੇ ਹੈ ਕਿ ਡੋਂਟ ਗਿਵ ਅਪ ਨਹੀਂ ਕਰਨਾ। ਪੇਸ ਮਤਲਬ ਹੁੰਦਾ ਹੈ ਜਿਹੜੀ ਤੁਹਾਡੀ ਚਾਲ ਹੈ ਉਹ ਸਲੋ, ਮੀਨਸ ਕਿ ਆਪਾਂ ਇਹ ਨਹੀਂ ਕਰ ਸਕਦੇ ਕਿ ਮਤਲਬ ਚਲੋ ਦੋ ਬੱਚੇ ਦੇ ਵਿੱਚ ਦੇਖ ਲਓ, ਹੁਣ ਤੁਸੀਂ ਮਤਲਬ ਬ੍ਰਦਰ ਸਿਸਟਰ ਦੋ ਜਾਣੇ ਹੈਗੇ ਜੇ, ਇੱਕ ਜਿਹੜਾ ਬੱਚਾ ਹੈਗਾ ਉਹ, ਇਹ ਕੁਦਰਤੀ ਹੈ, ਬਾਏ ਨੇਚਰ ਹੈ ਕਿ ਉਹ ਆਪਣਾ ਕੰਮ ਫਟਾਫਟ, ਜਾਂ ਸਕੂਲ ਦਾ ਕੰਮ ਕਹਿ ਲਓ ਜਾਂ ਕੋਈ ਹੋਰ ਵੀ ਕੰਮ, ਕਿ ਉਹ ਫਟਾਫਟ ਸੌਟ ਆਊਟ ਕਰਦਾ ਜਾ ਰਿਹਾ ਹੈ, ਅਤੇ ਜਿਹੜਾ ਇੱਕ ਹੈਗਾ ਉਹ ਬਹੁਤ ਸਲੋ ਹੈ। ਅਤੇ ਤੁਸੀਂ ਇਹ ਦੇਖ ਕੇ ਨਹੀਂ ਕਿ ਹਾਂ ਉਹਨੇ ਫਟਾਫਟ ਕਰ ਲਿਆ ਅਤੇ ਮਤਲਬ ਮੈਂ ਗਿਵ ਅਪ ਕਰਦਾ, ਨਹੀਂ, ਕਿਉਂਕਿ ਜੋ ਤੁਹਾਡੀ ਪੇਸ, ਕਿ ਜਿਹੜੀ ਚਾਲ ਤੁਹਾਡੀ ਪਰਮਾਤਮਾ ਨੇ ਜੋ ਬਣਾਈ ਹੈ, ਕੁਦਰਤੀ ਇਹ ਜੋ ਬਣੀ ਹੈ ਚਾਲ, ਤੁਸੀਂ ਉਸੇ ਚਾਲ 'ਤੇ ਜਾਣਾ ਹੈ, ਬਟ ਤੁਸੀਂ ਗਿਵ ਅਪ ਨਹੀਂ ਕਰਨਾ ਹੈ ਕਿਸੇ ਨੂੰ ਦੇਖ ਕੇ। ਯੂ ਮੇ ਸਕਸੀਡ ਵਿਦ ਅਨਦਰ ਬਲੋ, ਕਿਉਂਕਿ ਹੋ ਸਕਦਾ ਹੈ, ਸਕਸੀਡ ਹੁੰਦਾ ਹੈ ਕਾਮਯਾਬੀ, ਬਲੋ ਮਤਲਬ ਹੁੰਦਾ ਹੈ ਕਿ ਕੋਈ ਤੁਹਾਨੂੰ ਮਤਲਬ ਇੱਕ ਕੋਈ ਸੱਟ ਵੱਜਦੀ ਹੈ, ਕਿ ਹਾਂ ਤੁਹਾਨੂੰ ਇੱਕ ਵਾਰ ਕਹਿੰਦੇ ਨਾ ਕਿ ਇੱਕ ਵਾਰ ਮਤਲਬ ਤੁਹਾਨੂੰ ਪਤਾ ਲੱਗ ਗਿਆ ਹੈ ਕਿ ਹਾਂ ਇਹਦੇ 'ਚ ਮੈਨੂੰ ਸਕਸੀਡ ਨਹੀਂ ਮਿਲੀ, ਮੈਨੂੰ ਕਾਮਯਾਬੀ ਨਹੀਂ ਮਿਲੀ, ਹੋ ਸਕਦਾ ਹੈ ਕਿ ਤੁਹਾਨੂੰ ਅਗਲੇ ਵਿੱਚ, ਕਿ ਅਗਲੀ ਵਾਰ ਜਦੋਂ ਤੁਸੀਂ ਤੁਰਦੇ ਜੇ, ਇੱਕ ਹੋਰ ਸੱਟ ਵੱਜਣ ਦੇ ਨਾਲ ਤੁਹਾਨੂੰ ਜਿਹੜੀ ਹੈਗੀ ਆ ਕਾਮਯਾਬੀ ਮਿਲ ਜੇ, ਠੀਕ ਹੈ। Often the goal is nearer than it seems to a faint and faltering man। ਕਹਿੰਦੇ ਕਿ ਜ਼ਿਆਦਾ ਕਰਕੇ ਕੀ ਹੁੰਦਾ, ਜਿਹੜਾ ਆਪਣਾ ਨਿਸ਼ਾਨਾ ਹੈ, ਆਪਣਾ ਜਿਹੜਾ ਗੋਲ ਹੈ, ਉਹ ਆਪਣਾ ਲਾਗੇ ਹੀ ਹੈ, ਠੀਕ ਹੈ, ਉਹ ਆਪਣਾ ਨਜ਼ਦੀਕ ਹੀ ਹੈ, ਬਟ ਆਪਾਂ ਨੂੰ ਲੱਗਦਾ ਦੂਰ ਹੈ, ਬਟ ਉਹ ਹੈਗਾ ਨਜ਼ਦੀਕ ਹੀ ਹੈ। ਅਤੇ ਇਹ ਜਿਹੜਾ ਜਦੋਂ ਆਪਾਂ ਸੋਚਦੇ ਹਾਂ ਨਾ ਕਿ ਆਪਣਾ ਜਿਹੜਾ ਨਿਸ਼ਾਨਾ ਜਿਹੜਾ ਹੈਗਾ ਉਹ ਆਪਣਾ ਨਜ਼ਦੀਕ ਹੈਗਾ, ਅਕਸਰ ਕੀ ਹੁੰਦਾ ਉਦੋਂ ਜਿਹੜਾ ਵਿਅਕਤੀ, ਜਿਹੜਾ ਪਰਸਨ ਹੈਗਾ ਨਾ, ਫੇਂਟ ਐਂਡ ਫਾਲਟਰਿੰਗ ਮੈਨ, ਕਿ ਮਤਲਬ ਉਹ ਲੜਖੜਾ ਜਾਂਦਾ ਹੈ, ਕਿ ਜਿੱਦਾਂ ਕਹਿ ਲਓ ਪਜ਼ਲ ਹੋ ਜਾਣਾ, ਘਬਰਾ ਜਾਂਦਾ ਹੈ, ਨਿਸ਼ਾਨਾ ਭਲੇ ਨਜ਼ਦੀਕ ਹੈ, ਬਟ ਉਹ ਫਿਰ ਵੀ ਜਿਹੜਾ ਹੈਗਾ ਬੰਦਾ ਉਹ ਲੜਖੜਾ ਜਾਂਦਾ ਹੈ, ਬੜਾ ਜੱਕ ਤੱਕ ਦੇ ਵਿੱਚ, ਇਹਨੂੰ ਮੈਂ ਕਰਾਂ ਨਾ ਕਰਾਂ, ਇਹ ਫੇਂਟ ਐਂਡ ਫਾਲਟਰਿੰਗ ਮੈਨ, ਠੀਕ ਹੈ। ਔਫਨ ਦੀ ਸਟਰਗਲਰ ਹੈਜ਼ ਗਿਵਨ ਅਪ, ਕਿ ਜ਼ਿਆਦਾਤਰ ਕਿ ਕੀ ਹੁੰਦਾ, ਜਿਹੜੇ ਸਟਰਗਲਰ ਹੁੰਦੇ, ਜਿਹੜੇ ਮਤਲਬ ਸੰਘਰਸ਼ ਕਰਨ ਵਾਲੇ, ਦੌੜ ਭੱਜ ਕਰਨ ਵਾਲੇ ਹੁੰਦੇ ਆ, ਉਹ ਕੀ ਕਰ ਦਿੰਦੇ ਆ, ਗਿਵ ਅਪ ਕਰ ਦਿੰਦੇ ਹੈਗੇ ਆ। ਵੈਨ ਹੀ ਮਾਈਟ ਹੈਵ ਕੈਪਚਰਡ ਦਾ ਵਿਕਟਰਸ ਕੱਪ, ਜਦ ਕਿ ਉਹਨਾਂ ਨੂੰ ਪਤਾ ਹੈ ਕਿ ਹੁਣ ਉਹਨਾਂ ਨੂੰ ਕੈਪਚਰ ਮਤਲਬ ਫੜਨਾ, ਵਿਕਟਰ ਮਤਲਬ ਕਿ ਜੇਤੂ ਕੱਪ, ਮਤਲਬ ਕਿ ਜਿਹੜਾ ਵਿਨਰਸ ਨੂੰ ਟਰੋਫੀ ਮਿਲਦੀ ਆ, ਕਿ ਜਦ ਕਿ ਉਹਨਾਂ ਨੂੰ ਪਤਾ ਹੈ ਕਿ ਹੁਣ ਅਸੀਂ ਜੇਤੂ ਕੱਪ ਫੜਨ ਵਾਲੇ ਹਾਂ, ਅਤੇ ਉਹ ਕੀ ਕਰ ਦਿੰਦੇ ਆ, ਉਹ ਗਿਵ ਅਪ ਕਰ ਦਿੰਦੇ ਆ। ਐਂਡ ਹੀ ਲਰਨ ਟੂ ਲੇਟ ਵੈਨ ਦਾ ਨਾਈਟ ਕੇਮ ਡਾਊਨ, ਬਟ ਉਹਨਾਂ ਨੂੰ ਬਹੁਤ ਦੇਰ ਬਾਅਦ 'ਚੋਂ ਸਮਝ ਆਉਂਦੀ ਆ ਕਿ ਨਹੀਂ, ਅਸੀਂ ਤਾਂ ਜਿੱਤਣ ਵਾਲੇ ਸੀ। ਉਹਨਾਂ ਨੂੰ ਸਮਝ ਕਦੋਂ ਆਉਂਦੀ ਆ, ਜਦੋਂ ਮਤਲਬ ਉਹ ਟਾਈਮ, ਉਹਨਾਂ ਦਾ ਜਿਹੜਾ ਨਿਸ਼ਾਨਾ ਹੈਗਾ, ਜਿਹੜਾ ਗੋਲ ਹੈਗਾ, ਉਹਨਾਂ ਨੂੰ ਦਿਖਣਾ ਬੰਦ ਹੋ ਜਾਂਦਾ ਹੈ। ਵੈਨ ਦਾ ਨਾਈਟ ਕੇਮ ਡਾਊਨ ਮਤਲਬ ਕਿ ਜਦੋਂ ਰਾਤ ਪੈ ਗਈ, ਮਤਲਬ ਜਦੋਂ ਟਾਈਮ ਹੱਥ 'ਚੋਂ ਨਿਕਲ ਗਿਆ, ਸਮਝ ਉਹਨਾਂ ਨੂੰ ਉਦੋਂ ਆਉਂਦੀ ਆ। ਹਾਊ ਕਲੋਜ਼ ਹੀ ਵਾਜ਼ ਟੂ ਦੀ ਗੋਲਡਨ ਕਰਾਊਨ, ਕਿ ਉਹਨਾਂ ਨੂੰ ਇਹ ਪਤਾ ਚੱਲਦਾ ਹੈ ਕਿ ਅਸੀਂ ਗੋਲਡਨ ਕਰਾਊਨ, ਮਤਲਬ ਕਿ ਇੱਕ ਸੁਨਹਿਰੀ ਤਾਜ, ਕਰਾਊਨ ਹੁੰਦਾ ਤਾਜ, ਕਿ ਅਸੀਂ ਤਾਜ ਦੇ ਕਿੰਨੇ ਕਲੋਜ਼ ਸੀ, ਬਟ ਅਸੀਂ ਹੁਣ ਗਿਵ ਅਪ ਕਰਤਾ। ਸਕਸੈਸ ਇਜ਼ ਫੇਲੀਅਰ ਟਰਨ ਇਨਸਾਈਡ ਆਊਟ, ਕਿ ਜਿਹੜੀ ਸਕਸੈਸ ਹੈ ਨਾ ਬੇਟਾ, ਇਹ ਫੇਲੀਅਰ ਦੇ ਅੰਦਰ ਹੀ ਆ, ਠੀਕ ਹੈ। ਆਪਾਂ ਜਿੱਦਾਂ ਕਹਿ ਸਕਦੇ ਹੈਗੇ ਨਾ ਕਿ ਜਿਹੜੀ ਸਫਲਤਾ ਹੈ ਨਾ, ਉਹ ਅਸਫਲਤਾ ਦੇ ਵਿੱਚ ਹੀ ਹੁੰਦੀ ਆ, ਠੀਕ ਹੈ। ਜਦੋਂ ਮਤਲਬ ਇਨਸਾਨ ਸਕਸੈਸ ਨਾ ਹੋਵੇ, ਕਾਮਯਾਬ ਨਾ ਹੋਵੇ, ਤੁਹਾਨੂੰ ਪਤਾ ਉਦੋਂ ਇਨਸਾਨ ਜ਼ਿਆਦਾ ਕੁਛ ਸਿੱਖਦਾ। ਹੁਣ ਜਿੱਦਾਂ ਜੇ ਆਪਾਂ ਧਰਤੀ ਦੇ ਵਿੱਚੋਂ ਸੋਨਾ ਹੀ ਕੱਢਣਾ ਹੈ, ਤੁਹਾਨੂੰ ਪਤਾ ਹੈ ਕਿ ਆਪਾਂ ਇਹਦੀ
ਕਿੰਨਾ ਜਿਹੜਾ ਖੁਦਾਈ ਕਰ ਕਰਕੇ ਆਪਾਂ ਨੂੰ ਮਿੱਟੀ ਜ਼ਿਆਦਾ ਮਿਲਦੀ ਹੈ ਅਤੇ ਥੋੜ੍ਹਾ ਜਿਹਾ ਆਪਾਂ ਨੂੰ ਵਿੱਚੋਂ ਸੋਨਾ ਮਿਲਦਾ ਹੈ। ਕਿ ਮਤਲਬ ਆਪਾਂ ਇੰਨੀ ਮਿਹਨਤ ਕੀਤੀ ਤਾਂ ਆਪਾਂ ਨੂੰ ਮਿਲਿਆ ਵਿੱਚੋਂ ਕੀ ਆ, ਥੋੜ੍ਹਾ ਜਿਹਾ। ਅਤੇ ਬਟ ਆਪਾਂ ਸਿੱਖਿਆ ਬਹੁਤ ਕੁਛ, ਕਿ ਜਦੋਂ ਆਪਾਂ ਜਿੰਨਾ ਇਨਸਾਨ ਜਿਹੜਾ ਹੈਗਾ ਕਿ ਸਕਸੈਸ ਨਹੀਂ ਹੋਏਗਾ, ਓਨਾ ਇਨਸਾਨ ਜ਼ਿਆਦਾ ਕੁਛ ਸਿੱਖਦਾ ਹੈ। ਠੀਕ ਹੈ। The silver tint of the clouds of doubt and you never can tell just how close you are। ਕਹਿੰਦੇ ਕਿ ਜਦੋਂ ਆਪਾਂ ਨੂੰ ਉਜਾਲੇ ਦੀ ਕਿਰਨ ਆਪਾਂ ਨੂੰ ਦਿਖਦੀ ਹੈ, ਠੀਕ ਹੈ, ਉਜਾਲੇ ਦੀ ਕਿਰਨ ਦੇ ਵਿੱਚ ਆਪਾਂ ਨੂੰ ਡਾਊਟਸ ਮਤਲਬ ਕਿ ਸ਼ੰਕਾਵਾਂ ਦਿਖਦੀਆਂ, ਅਤੇ ਉਸ ਟਾਈਮ 'ਤੇ ਤੁਹਾਨੂੰ ਇਹ ਨਹੀਂ ਪਤਾ ਹੁੰਦਾ ਕਿ ਤੁਸੀਂ ਮਤਲਬ ਕਿੰਨੇ ਨਜ਼ਦੀਕ ਆਪਣੇ ਗੋਲ ਦੇ ਨਜ਼ਦੀਕ ਆ ਚੁੱਕੇ ਜੇ। ਇਟ ਮੇ ਬੀ ਨੀਅਰ ਵੈਨ ਇਟ ਸੀਮਸ ਫਾਰ। ਤੁਹਾਨੂੰ ਲੱਗਦਾ ਹੈ ਕਿ ਬਹੁਤ ਦੂਰ ਜੇ ਤੁਸੀਂ, ਬਟ ਆਪਾਂ ਬਹੁਤ ਨਜ਼ਦੀਕ ਹੁੰਦੇ ਹਾਂ ਆਪਾਂ। ਸੋ ਸਟਿਕ ਟੂ ਦੀ ਫਾਈਟ ਵੈਨ ਯੂ ਆਰ ਹਾਰਡੈਸਟ ਹਿੱਟ। ਕਹਿੰਦੇ ਕਿ ਸਟਿਕ ਮਤਲਬ ਹੁੰਦਾ ਡਟੇ ਰਹੋ। ਠੀਕ ਹੈ, ਡਟੇ ਰਹੋ ਕਿ ਤੁਸੀਂ ਆਪਣੀ ਲੜਾਈ ਦੇ ਵਿੱਚ ਡਟੇ ਰਹੋ। ਜਦੋਂ ਤੁਹਾਨੂੰ ਇਹ ਲੱਗਦਾ ਨਾ ਕਿ ਜਦੋਂ ਹਾਰਡੈਸਟ ਹਿੱਟ ਮਤਲਬ ਕਿ ਤੁਹਾਨੂੰ ਬਹੁਤ ਗਹਿਰੀ ਸੱਟ ਵੱਜੀ ਹੋਵੇ, ਕਿ ਤੁਸੀਂ ਕਹੋ ਕਿ ਮੈਂ ਤਾਂ ਹੁਣ ਨਾ ਬਰਦਾਸ਼ਤ ਤੋਂ ਬਾਹਰ ਹੋ ਚੁੱਕਿਆ, ਮੈਂ ਇਹਨੂੰ ਬੇਅਰ ਨਹੀਂ ਕਰ ਸਕਦਾ। ਠੀਕ ਹੈ, ਇਹ ਬੇਅਰੇਬਲ ਹੈਗੀ ਹੈ, ਮਤਲਬ ਮੈਂ ਇਹਨੂੰ ਬਰਦਾਸ਼ਤ ਨਹੀਂ ਕਰ ਸਕਦਾ। ਉਸ ਟਾਈਮ 'ਤੇ ਵੀ ਤੁਸੀਂ ਉੱਥੇ ਡਟੇ ਰਹੋ। ਬਿਕੋਜ਼ ਜਦੋਂ ਆਪਾਂ ਨੂੰ ਇੱਦਾਂ ਲੱਗਦਾ ਨਾ ਕਿ ਹਾਂ ਜਿਹੜੀਆਂ ਮਤਲਬ ਇਹ ਹੁਣ ਮੇਰੀ ਬਰਦਾਸ਼ਤ ਤੋਂ ਬਾਹਰ, ਮਤਲਬ ਜਦੋਂ ਜਿੰਨਾ ਮਤਲਬ ਇੱਕ ਬੈਡ ਟਾਈਮ, ਵਰਸਟ ਟਾਈਮ ਆਪਣੇ ਉੱਪਰ ਆਏਗਾ, ਉੱਦਾਂ ਮੀਨਸ ਆਪਾਂ ਗੋਲ ਦੇ ਨਜ਼ਦੀਕ ਜਾ ਰਹੇ ਹਾਂ। ਇਟਸ ਵੈਨ ਥਿੰਗ ਸੀਮਸ ਵਰਸਟ ਦੈਟ ਯੂ ਮਸਟ ਨੋਟ ਕਿਊਟ। ਵਰਸਟ ਹੁੰਦਾ ਬਹੁਤ ਬੁਰਾ ਹੋਣਾ, ਕਿ ਜਦੋਂ ਆਪਣੇ ਨਾਲ ਬਹੁਤ ਬੁਰਾ ਹੋ ਰਿਹਾ ਹੋਵੇ ਅਤੇ ਆਪਾਂ ਇਹ ਨਹੀਂ ਕਹਿਣਾ ਹੈਗਾ ਕਿ ਨਹੀਂ ਬਸ ਹੁਣ ਮੇਰੀ ਬੱਸ ਹੋ ਗਈ ਆ, ਹੁਣ ਮੈਂ ਇਹ ਤੋਂ ਅੱਗੇ ਨਹੀਂ ਮੈਂ ਵੱਧ ਸਕਦਾ। ਮੀਨਸ ਕਿ ਉਸ ਟਾਈਮ 'ਤੇ ਆਪਣਾ ਜਿਹੜਾ ਗੋਲ ਹੈਗਾ ਉਹ ਆਪਣੇ ਨਜ਼ਦੀਕ ਆ ਰਿਹਾ ਹੈ। ਠੀਕ ਹੈ ਬੇਟਾ, ਮਤਲਬ ਆਪਾਂ ਇਸ ਪੋਇਮ ਤੋਂ ਆਪਾਂ ਇਹ ਕਹਿ ਸਕਦੇ ਹਾਂ ਕਿ ਜੇ ਕੋਈ ਵੀ ਪ੍ਰੋਬਲਮ ਆਪਾਂ ਨੂੰ ਆਉਂਦੀ ਹੈਗੀ ਆ, ਆਪਾਂ ਉਹਨੂੰ ਪ੍ਰੋਬਲਮ ਨਹੀਂ ਕਹਿਣਾ ਹੈਗਾ, ਉਹਨੂੰ ਆਪਾਂ ਚੈਲੰਜ ਕਰਕੇ ਉਹਨੂੰ ਐਕਸੈਪਟ ਕਰਨਾ ਹੈ। ਬਿਕੋਜ਼ ਪ੍ਰੋਬਲਮ ਦਾ ਸੋਲੂਸ਼ਨ ਜਿਹੜਾ ਹੈਗਾ ਉਹ ਆਪਾਂ ਨੂੰ ਔਖਾ ਮਿਲ ਸਕਦਾ ਹੈ, ਬਟ ਜਿਹੜੀ ਆਪਣੀ ਚੈਲੰਜ ਹੈ ਨਾ, ਉਹ ਆਪਾਂ ਜਲਦੀ ਉਹਨੂੰ ਕਰ ਸਕਦੇ ਹਾਂ ਕਿ ਨਹੀਂ ਮੈਂ ਤੁਹਾਡਾ ਚੈਲੰਜ ਐਕਸੈਪਟ ਕਰਦਾ ਹੈ। ਸੋ ਪ੍ਰੋਬਲਮ ਨੂੰ ਕਦੀ ਵੀ ਜਿਹੜਾ ਹੈਗਾ ਉਹਨੂੰ ਆਪਣੀ ਪ੍ਰੋਬਲਮ ਨਾ ਸਮਝੋ, ਉਹਨੂੰ ਚੈਲੰਜ ਸਮਝੋ। ਠੀਕ ਹੈ, ਕਿਉਂਕਿ ਜਿਹੜੀ ਅਸਫਲਤਾ ਇੱਕ ਜਿਹੜੀ ਬੇਟਾ ਚੁਣੌਤੀ ਹੈ, ਉਸ ਨੂੰ ਆਪਾਂ ਨੂੰ ਐਕਸੈਪਟ ਕਰਨਾ ਚਾਹੀਦਾ ਹੈ, ਉਸ ਨੂੰ ਸਵੀਕਾਰ ਕਰਨਾ ਚਾਹੀਦਾ ਹੈ। ਜਿੱਦਾਂ ਆਪਾਂ ਕਹਿ ਲੈਂਦੇ ਨਾ ਕਿ ਕੋਸ਼ਿਸ਼ ਕਰਨੇ ਵਾਲੋਂ ਕੀ ਕभी ਹਾਰ ਨਹੀਂ ਹੁੰਦੀ, ਕਿ ਜੇ ਬੇਟਾ ਆਪਾਂ ਕੋਸ਼ਿਸ਼ ਕਰਾਂਗੇ ਆਪਣੀ ਕਦੀ ਵੀ ਹਾਰ ਨਹੀਂ ਹੋਏਗੀ। ਸੋ ਬੇਟਾ ਇਨ ਦਿਸ ਪੋਇਮ ਕੀ ਆਪਾਂ ਲਰਨ ਕੀ ਕੀਤਾ, ਵੀ ਹੈਵ ਲਰਨ ਡੈਟ we should not run away from our problems, we have to face them happily। ਠੀਕ ਹੈ ਬੇਟਾ, ਮੀਨਸ ਆਪਾਂ ਨੂੰ ਖੁਸ਼ੀ ਆਪਣੀ ਪ੍ਰੋਬਲਮਸ ਨੂੰ ਟੈਕਲ ਕਰਨਾ ਚਾਹੀਦਾ ਹੈ। we should not run away। ਠੀਕ ਹੈ ਬੇਟਾ, ਹੋਪ ਸੋ ਕਿ ਤੁਹਾਨੂੰ ਪੋਇਮ ਕਲੀਅਰ ਹੋ ਗਈ ਹੋਏਗੀ। ਬੇਟਾ ਅਗਰ ਕੋਈ ਵੀ ਡਾਊਟ ਹੋਏਗਾ ਤਾਂ ਤੁਸੀਂ ਪੁੱਛ ਸਕਦੇ ਜੀ। ਥੈਂਕ ਯੂ ਬੇਟਾ, ਹੈਵ ਏ ਨਾਈਸ ਡੇ।